ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਆਪਾਂ ਨੇ ਹੁਣ ਨਿਊ ਇੱਕ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੈ ਫਿਜ਼ਿਕਸ ਦੇ ਲਈ, ਜਿਸ ਦੇ ਫਸਟ 2 ਲੈਕਚਰਸ ਆਪਾਂ ਲਗਾ ਚੁੱਕੇ ਹਾਂ। ਅੱਜ ਆਪਣਾ ਫਿਜ਼ਿਕਸ ਦਾ 3rd ਲੈਕਚਰ ਹੋਏਗਾ। ਅਗਰ ਤੁਸੀਂ ਫਸਟ 2 ਲੈਕਚਰ ਨਹੀਂ ਦੇਖੇ ਤਾਂ ਦੇਖ ਲਓ, ਕਿਉਂਕਿ ਆਪਾਂ ਨਿਊਕਲੀਅਰ ਫਿਜ਼ਿਕਸ ਸਟਾਰਟ ਕੀਤੀ ਹੋਈ ਹੈ ਤਾਂ ਬੇਸਿਕ ਕਲੀਅਰ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਆਪਾਂ ਅੱਗੇ ਕੰਟੀਨਿਊ ਕਰਾਂਗੇ। ਲਾਸਟ ਆਪਾਂ ਦੇਖੋ ਜੋ ਗੱਲ ਕੀਤੀ ਸੀ, ਲਾਸਟ ਆਪਾਂ ਗੱਲ ਕੀਤੀ ਸੀਗੀ ਜੋ ਸੈਮੀ ਇੰਪੈਰੀਕਲ ਮਾਸ ਫਾਰਮੂਲਾ ਸੀ। ਆਈ ਹੋਪ ਸਭ ਨੂੰ ਕਲੀਅਰ ਹੋ ਚੁੱਕਿਆ। ਫਸਟ ਅੱਜ ਜੋ ਡਿਸਕਸ ਕਰਾਂਗੇ ਉਹ ਹੈ ਸ਼ੈਲ ਮਾਡਲ। ਦੇਖੋ ਸ਼ੈਲ ਮਾਡਲ ਕੀ ਹੁੰਦਾ ਹੈ। ਸ਼ੈਲ ਮਾਡਲ ਦੇ ਵਿੱਚ ਮੇਨਲੀ ਮੈਜਿਕ ਨੰਬਰਸ ਨੂੰ ਐਕਸਪਲੇਨ ਕੀਤਾ ਜਾਂਦਾ ਹੈ। ਮੈਜਿਕ ਨੰਬਰ ਨੂੰ ਐਕਸਪਲੇਨ ਕੀਤਾ ਜਾਂਦਾ ਜਿਹਦੇ ਵਿੱਚ ਸਾਰੇ ਨਿਊਕਲੀਓਨਸ, ਦੇਖੋ ਜੋ ਨਿਊਕਲੀਓਨਸ ਨੇ ਕੀ ਹੁੰਦੇ ਆ, ਪ੍ਰੋਟੋਨ ਐਂਡ ਨਿਊਟਰੋਨ। ਜੋ ਪ੍ਰੋਟੋਨ ਤੇ ਨਿਊਟਰੋਨ ਕਿਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਨਿਊਕਲੀਅਸ ਦੇ ਵਿੱਚ। ਉਹ ਮੂਵ ਕਿਵੇਂ ਕਰਦੇ ਆ, ਇੱਕ ਫੋਰਸ ਦੇ ਨਾਲ, ਇੱਕ ਐਵਰੇਜ ਫੋਰਸ ਉਹਨਾਂ ਦੇ ਵਿੱਚ ਕੀ ਹੁੰਦੀ ਹੈ, ਪ੍ਰੈਜ਼ੈਂਟ ਹੁੰਦੀ ਹੈ, ਜੋ ਕੀ ਡਿਸਕਰਾਈਬ ਕਰਦੀ ਹੈ, ਇੱਕ ਸਟਰਕਚਰ ਡਿਸਕਰਾਈਬ ਕਰਦੀ ਹੈ ਨਿਊਕਲੀਅਸ ਦੀ। ਇਸ ਲਈ ਇਸ ਮਾਡਲ ਨੂੰ ਸਿੰਗਲ ਪਾਰਟੀਕਲ ਸ਼ੈਲ ਮਾਡਲ ਵੀ ਬੋਲਿਆ ਜਾਂਦਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਜੋ ਪ੍ਰੋਟੋਨ ਤੇ ਨਿਊਟਰੋਨ ਹੈ ਇਹ ਇੱਕ ਪੇਅਰ ਬਣ ਗਿਆ। ਇੱਕ ਪੇਅਰ ਨਾਲ ਇਹ ਕੀ ਬਣ ਗਿਆ, ਇੱਕ ਨਿਊਕਲੀਅਨ ਦਾ ਪੇਅਰ ਬਣ ਗਿਆ, ਸਿੰਗਲ ਨਿਊਕਲੀਅਨ ਹੋਇਆ, ਜੋ ਕਿ ਇਹਦੇ ਵਿੱਚ ਪ੍ਰੈਜ਼ੈਂਟ ਹੈ, ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੈ, ਜੋ ਨਿਊਕਲੀਅਸ ਦੀ ਸਟਰਕਚਰ ਨੂੰ ਕੀ ਕਰੇਗਾ, ਡਿਸਕਰਾਈਬ ਕਰੇਗਾ। ਇਸ ਲਈ ਇਸ ਨੂੰ ਸਿੰਗਲ ਪਾਰਟੀਕਲ ਸ਼ੈਲ ਮਾਡਲ ਵੀ ਕਿਹਾ ਜਾਂਦਾ ਹੈ। ਕਲੀਅਰ। ਨੈਕਸਟ ਦੇਖਦੇ ਹਾਂ, ਅਗਰ ਆਪਾਂ ਗੱਲ ਕਰੀਏ, ਨੈਕਸਟ ਆਪਾਂ ਗੱਲ ਕਰਾਂਗੇ ਮੈਜਿਕ ਨੰਬਰ ਕਿਹੜੇ ਕਿਹੜੇ ਹੈ। ਮੈਜਿਕ ਨੰਬਰ ਕੀ ਹੈ, ਨਿਊਕਲੀਓਨਸ ਨੇ, ਪ੍ਰੋਟੋਨ ਤੇ ਨਿਊਟਰੋਨ ਨੇ, ਜਿਨ੍ਹਾਂ ਨੂੰ ਅਰੇਂਜ ਕੀਤਾ ਜਾਂਦਾ ਹੈ ਕਿਹਦੇ ਵਿੱਚ, ਕੰਪਲੀਟ ਸ਼ੈਲ ਦੇ ਵਿੱਚ, ਵਿਦਿਨ ਅਟੋਮਿਕ ਨਿਊਕਲੀਅਸ। ਉਹਨਾਂ ਦੇ ਅਟੋਮਿਕ ਨਿਊਕਲੀਅਸ ਤੋਂ ਲੈ ਕੇ ਉਹਨਾਂ ਦੇ ਵਿੱਚ ਕੀ ਨੇ, ਜੋ ਕੰਪਲੀਟ ਸ਼ੈਲ ਹੈ। ਮੇਨਲੀ ਅਗਰ ਰਿਕੋਗਨਾਈਜ਼ ਕੀਤੇ ਗਏ ਨੇ 7 ਮੋਸਟ ਵਾਈਡਲੀ ਮੈਜਿਕ ਨੰਬਰ ਹੈ, ਜਿਵੇਂ 2, 8, 20, 28, 50, ਇਸ ਤੋਂ ਇਲਾਵਾ 82, 126, ਇਹ ਸਭ ਕੀ ਨੇ। ਅਗਰ ਆਪਾਂ ਗੱਲ ਕਰੀਏ ਮੈਜਿਕ ਨੰਬਰ, ਮੈਜਿਕ ਨੰਬਰ ਦੀ ਅਗਰ ਮੈਂ ਗੱਲ ਕਰਾਂ, ਇਹਦੇ ਵਿੱਚ ਦੇਖੋ ਕੀ ਸੀਗੇ, ਪ੍ਰੋਟੋਨ ਐਂਡ ਨਿਊਟਰੋਨ ਮੀਨਸ ਨਿਊਕਲੀਓਨ। ਜੋ ਪ੍ਰੋਟੋਨ ਤੇ ਨਿਊਕਲੀਓਨ ਹੈ, ਨਿਊਟਰੋਨ ਹੈ ਸੋਰੀ, ਇਹ ਜ਼ਿਆਦਾ ਸਟੇਬਲ ਹੁੰਦੇ ਆ। ਜ਼ਿਆਦਾ ਕੀ ਹੁੰਦੇ ਨੇ, ਸਟੇਬਲ ਐਜ਼ ਕੰਪੈਰੀਜ਼ਨ ਟੂ ਜੋ ਇਹਨਾਂ ਦੇ ਨੇਬਰ ਦੇ ਵਿੱਚ ਨੇ। ਨੇਬਰਸ ਨਾਲੋਂ ਜ਼ਿਆਦਾ ਸਟੇਬਲ ਹੁੰਦੇ ਆ ਇਹਨਾਂ ਦੇ ਪ੍ਰੋਟੋਨ ਨਿਊਟਰੋਨ। ਕਿੰਨਾਂ ਦੇ, ਮੈਜਿਕ ਨੰਬਰ ਵਾਲਿਆਂ ਦੇ। ਦੇਖੋ ਅਗਰ ਆਪਾਂ ਗੱਲ ਕਰੀਏ, ਹੁਣ ਮੈंने 2, 8 ਐਕਸਪਲੇਨ ਕੀਤਾ। ਜਿਵੇਂ ਹੁਣ ਗੱਲ ਕਰਾਂ ਮੈਂ ਆਕਸੀਜਨ ਦੀ, 8 ਕੀ ਹੈ ਅਟੋਮਿਕ ਨੰਬਰ, ਮਾਸ ਨੰਬਰ ਕਿੰਨਾ ਹੈ, 16 ਹੈ। ਕੈਲਸ਼ੀਅਮ ਕੀ ਹੈ, ਅਗਰ ਅਟੋਮਿਕ ਨੰਬਰ 20, ਮਾਸ ਨੰਬਰ ਕਿੰਨਾ ਹੈ, ਅਗਰ ਆਪਾਂ ਗੱਲ ਕਰੀਏ 40। ਇਹ ਸਾਰੇ ਕੀ ਹੈ, ਜੋ ਮੈਜਿਕ ਨੰਬਰ ਸੀਗੇ। ਕਲੀਅਰ। ਅਗਰ ਆਪਾਂ ਇਸ ਤੋਂ ਇਲਾਵਾ ਅਗਰ ਮੈਂ ਲੈ ਲਾਂ, ਲੈਡ ਲੈ ਲਓ PB, ਜਿਸ ਦਾ ਅਟੋਮਿਕ ਨੰਬਰ 82 ਹੈ, ਮਾਸ ਨੰਬਰ ਦੀ ਅਗਰ ਆਪਾਂ ਗੱਲ ਕਰੀਏ 126। ਤਾਂ ਇਸ ਦਾ ਮਤਲਬ ਕੀ ਹੋਇਆ, ਇਹ ਸਾਰੇ ਕੀ ਨੇ, ਮੈਜਿਕ ਨੰਬਰ ਹੈ ਜਿਨ੍ਹਾਂ ਦੇ ਪ੍ਰੋਟੋਨ ਤੇ ਨਿਊਟਰੋਨ ਜ਼ਿਆਦਾ ਸਟੇਬਲ ਹੈ। ਪ੍ਰੋਟੋਨ ਵੀ ਐਂਡ ਨਿਊਟਰੋਨ ਵੀ। ਪ੍ਰੋਟੋਨ ਦਾ ਕੀ ਮਤਲਬ ਹੋਇਆ, ਜੋ ਅਟੋਮਿਕ ਨੰਬਰ ਪ੍ਰੈਜ਼ੈਂਟ ਹੈ। ਨਿਊਟਰੋਨ ਦਾ ਕੀ ਮਤਲਬ ਹੋਇਆ, ਜੋ ਇਹਨਾਂ ਦਾ ਸਮ ਕਰਕੇ ਆਪਾਂ ਨਿਊਟਰੋਨ ਕਿਵੇਂ ਨਿਕਾਲਦੇ ਹਾਂ, ਨਿਊਟਰੋਨ ਕਿਵੇਂ ਨਿਕਲਦੇ ਆ, ਮਾਸ ਨੰਬਰ ਦੇ ਵਿੱਚੋਂ। ਜਦੋਂ ਆਪਾਂ ਮਾਸ ਨੰਬਰ ਦੇ ਵਿੱਚੋਂ ਕੀ ਮਾਈਨਸ ਕਰ ਦਾਂਗੇ, ਅਟੋਮਿਕ ਨੰਬਰ ਮੀਨਸ ਨੰਬਰ ਆਫ ਪ੍ਰੋਟੋਨ, ਇਸ ਵੇ ਦੇ ਨਾਲ ਨਿਕਲਦੇ ਆ। ਤਾਂ ਇਹਦੇ ਵਿੱਚ ਜਿਹੜੇ ਪ੍ਰੋਟੋਨ ਤੇ ਨਿਊਟਰੋਨ ਹੈ ਦੋਨੋਂ ਕੀ ਹੋਣਗੇ, ਜ਼ਿਆਦਾ ਸਟੇਬਲ ਹੋਣਗੇ ਐਜ਼ ਕੰਪੈਰੀਜ਼ਨ ਟੂ ਦੇਅਰ ਨੇਬਰਸ ਦੇ ਨਾਲ। ਕਲੀਅਰ। ਤਾਂ ਨਿਊਕਲੀਅਸ ਦਾ ਅਗਰ ਆਪਾਂ ਗੱਲ ਕਰੀਏ, ਨਿਊਕਲੀਅਸ ਦੀ ਅਗਰ ਆਪਾਂ ਗੱਲ ਕਰੀਏ, ਸੌਰੀ, ਨਿਊਕਲੀਅਸ ਦੀ ਅਗਰ ਆਪਾਂ ਗੱਲ ਕਰੀਏ, ਇਸ ਦੇ ਵਿੱਚ ਨਿਊਕਲੀਅਸ ਦੇ ਵਿੱਚ ਕੀ ਹੈ, ਕੋਈ ਵੀ ਹੁਣ ਨਿਊਕਲੀਅਸ ਦੇ ਕੋਈ ਵੀ ਵਿੱਚ ਸੈਂਟਰਲ ਆਬਜੈਕਟ ਨਹੀਂ ਹੈ। ਮੀਨਸ ਨਿਊਕਲੀਅਨ ਮੂਵ ਕਰਦੇ ਨੇ, ਦੇਖੋ ਪ੍ਰੋਟੋਨ ਤੇ ਨਿਊਟਰੋਨ ਮੂਵ ਕਰਦੇ ਨੇ। ਕਿਵੇਂ ਮੂਵ ਕਰਦੇ ਨੇ, ਮੀਨਸ ਇਹਨਾਂ ਦੇ ਵਿੱਚ ਕੋਈ ਨਾ ਕੋਈ ਅਟਰੈਕਟਿਵ ਕੀ ਪ੍ਰੈਜ਼ੈਂਟ ਹੈ, ਫੋਰਸ ਪ੍ਰੈਜ਼ੈਂਟ ਹੈ। ਮੈਂ ਤੁਹਾਨੂੰ ਕੱਲ੍ਹ ਜਦੋਂ ਸ਼ੈਲ ਮਾਡਲ ਕਰਵਾਇਆ ਸੀਗਾ ਉਸ ਦੇ ਵਿੱਚ, ਸੌਰੀ ਸ਼ੈਲ ਮਾਡਲ ਆਪਾਂ ਗੱਲ ਕਰ ਗਏ, ਕੱਲ੍ਹ ਜਦੋਂ ਮੈਂ ਤੁਹਾਨੂੰ ਸੈਮੀ ਇੰਪੈਰੀਕਲ ਮਾਸ ਫਾਰਮੂਲਾ ਕਰਵਾਇਆ ਸੀ ਉਹਦੇ ਵਿੱਚ ਵੀ ਦੱਸਿਆ ਸੀ ਕਿ ਨਿਊਕਲੀਅਸ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦੀ ਹੈ, ਅਟਰੈਕਟਿਵ ਫੋਰਸ ਪ੍ਰੈਜ਼ੈਂਟ ਹੁੰਦੀ ਹੈ। ਸੋ ਦੈਟ ਜੋ ਪ੍ਰੋਟੋਨ ਹੈ ਆਪਸ ਦੇ ਵਿੱਚ ਕੀ ਕਰਦੇ ਆ, ਇੱਕ ਦੂਜੇ ਨੂੰ ਅਟਰੈਕਟ ਕਰਦੇ ਆ, ਆਪਣੀ ਤਰਫ ਖਿੱਚਦੇ ਆ ਕਿਸ ਦੂਸਰੇ ਨਿਊਕਲੀਓਨਸ ਤੋਂ। ਤਾਂ ਜੋ ਨਿਊਕਲੀਅਸ ਹੈ ਉਹ ਮੂਵ ਕਰਦਾ ਇੱਕ ਡੈਂਸਲੀ ਪੈਕਡ। ਤਾਂ ਇਹਨਾਂ ਦੀ ਜੋ ਕੌਨਫੀਗਰੇਸ਼ਨ ਹੈ ਉਹ ਕੀ ਹੋ ਜਾਂਦੀ ਹੈ, ਅਲੱਗ-ਅਲੱਗ ਹੋ ਜਾਂਦੀ ਹੈ। ਅੱਗੇ ਆਪਾਂ ਦੇਖਦੇ ਹਾਂ। ਤਾਂ ਇਹਨਾਂ ਨੂੰ ਜੋ ਅਗਰ ਆਪਾਂ ਗੱਲ ਕਰੀਏ, ਇੱਥੇ ਸੌਰੀ ਸ਼ੈਲ ਮਾਡਲ ਆਏਗਾ, ਐਕਸਟ੍ਰੀਮਲੀ ਸੌਰੀ,
जो शैल मॉडल है, जो शैल मॉडल है इसनों एक्सप्लेन किस वे दे नाल किया जाता है, डिफरेंट कॉन्फिगरेशन ने इन्हों एक्सप्लेन किया जाता है ऑन द बेसिस ऑफ ऑरबिट दी इंटरैक्शन एंड हारमोनिक ओसीलेटर दे वे नाल की है शैल मॉडल नूं एक्सप्लेन किया जाता है। अगर आप एनर्जी की गल करिए ई एन दी, तो वह किस दे इक्वल है एन, जो स्टेट शो करती है किस दी हारमोनिक ओसीलेटर दी नाल प्लस हाफ इंटू एच कट ओमेगा। तो इस दे नाल आपां की है डिफरेंट डिफरेंट वैल्यूज़ निकाल सकते हैं। देखो अगर आप गल करिए तो मैं तुहानूं एक दिन पहला भी दस्सिया सी जदों आपां ने प्रॉपर्टीज़ डिस्कस कीतियां सी किस दियां न्यूक्लीयस दियां, तो आपां गल कीती सी अगर अपने कोल एन ईवन है एंगूलर मोमेंटम ना रिलेट किया सी अपने कोल ऑर्बिटल एंगूलर मोमेंटम अगर अपने कोल ईवन है तो उस दे नाल की हुंदा जो अपना अगर आप गल करिए तो जो एन वी है वह भी ईवन होएगा, मीनस उस दे विच की आ जूगी ऑर्बिटल एंगूलर मोमेंटम अगर ईवन है तो पैरिटी भी की हो जाती है ईवन। अज आप गल कर रहे हैं अगर अपने कोल इत्थे एन ईवन है तो जो एल है वह भी की हो जूगी ईवन, उस दिन पैरिटी नाल आप रिलेट किया सी। अगर अपने कोल एन ओड है मीनस एन नंबर ओड है तो अपने कोल एल भी की हो जाएगा ओड। एल की शो करता है अपने कोल ऑर्बिटल एंगूलर मोमेंटम शो करता है। क्लीयर, इन्हों आप डिस्कस भी कर सकते हैं, आप करते हैं। देखिए देखो एन दी आप अलग अलग आप इतने डिस्कस कर लें एन दी अलग अलग वैल्यू लै सकते, जिमें हुण देखो सब तो पहले मैं तुहानूं दसदा एल, एल अगर जीरो है इसका मतलब जो तुहाडा इलैक्ट्रॉन्स ने वो किस दे विच ने एस शैल दे विच ने। अगर एल दी वैल्यू वन है इसका मतलब कित्थे ने पी दे विच। अगर टू वैल्यू है इसका मतलब की है डी दे विच ने। अगर थ्री वैल्यू है एल दी तो किस दे विच ने एफ शैल दे विच की ने इलैक्ट्रॉन्स प्रेजेंट ने। तो एल का मतलब समझ में आया। हुण आपां गल करांगे इन्हां दी डिफरेंट डिफरेंट वैल्यू लैके। सब तो पहला अगर तुहाडे कोल एन दी वैल्यू जीरो है तो तुहाडे कोल एल भी की होएगा जीरो होएगा, फर्स्ट शैल है। देखो एल एस अगर चार्ट बना लिए एल एस फिर अगे जे दी वैल्यू दैन अपने कोल आ जाएंगे नंबर ऑफ न्यूक्लियस जिसकी वैल्यू आपां की करते हैं सॉल्व कर सकते हैं। किस वे दे नाल कर सकते हैं सॉल्व, इत्थे आपां अगर फर्स्ट शैल की गल करिए तो किद्दां निकलेगी टू एल प्लस वन, इस वे दे नाल की है निकल जाएगी वैल्यू। सब तो पहला अगर एन जीरो है अपने कोल तो एल एस की गल करिए तो जीरो लिए मैं तुहानूं हुणे दस्सिया सी की आ जांदा है केड़ा ऑर्बिटल आएगा एस, एल जीरो है तो यदा मतलब वन वैल्यू वन एस आ गया। जे नूं किवें सॉल्व कर दिओ एल प्लस माइनस वन बाय टू। हुण एल दी अगर मैं वैल्यू की गल करा तो इत्थे हाफ तो है एल किन्ना अपने कोल वन तो इत्थे की आ जूगी वन एस वन बाय टू। इनू सॉल्व कर सकते हो एल की वैल्यू वन पुट करके, अगर तुम सॉल्व करोगे तो कोल वन बाय टू आ जाएगी। नैक्सट अगर हुण मैं न्यूक्लियस की गल करा इत्थे आप वैल्यू पुट करते हैं एल की टू एल की वैल्यू अगर अपने कोल कितनी है हुण अगर आप गल करिए जीरो प्लस वन जीरो हो गया, अंदर वन नाल जदों मल्टीप्लाई करोगे तो तुहाडे कोल कितनी आ गई टू वैल्यू आ गई किसे ये मतलब ये नंबर ऑफ न्यूक्लियस किन्ने प्रेजेंट है टू प्रेजेंट है। फर्स्ट मैजिक नंबर आ गया अपने कोल टू। क्लीयर, ये सॉल्व कर सकते हो। क्लीयर, जे की वैल्यू एल पुट कर दी हो जो तुम जीरो पुट करोगे जीरो प्लस माइनस हाफ पुट करोगे तो तुहाडे कोल हाफ वैल्यू आ जाएगी। नैक्सट अगर मैं गल करा देखो नैक्सट अगर मैं एन की वैल्यू वन लैनी हाँ तो अपने कोल एल भी किन्ना वन। हुण वन दे लई अपने कोल केड़ा ऑर्बिट सीगा ऑर्बिटल सी पी तो वन पी आ गई वैल्यू। नैक्सट अगर मैं गल करा हुण वन पी आ गई, वन पी दे विच ना दो तरह नाल मैंने तुहानूं की लिखवाया एल प्लस माइनस हाफ। एल की वैल्यू कितनी है तुहाडे कोल वन, वन प्लस माइनस हाफ, एक बार तुसीं प्लस लैके चल सकते हो एक बार माइनस, वन प्लस वन बाय टू वन माइनस वन बाय टू। जो तुसीं इसका एलसीएम लिता टू एलसीएम आ गया टू प्लस वन थ्री बाय टू एलसीएम लिता टू दे विचों वन माइनस गया वन बाय टू। इसका मतलब जे दी अपने कोल विद कपलिंग दो वैल्यूज़ आ गई एक थ्री बाय टू एक वन बाय टू। तो इसनों मैं की लिख सकती हाँ वन पी थ्री बाय टू कोमा वन पी वन बाय टू, इस वे दे नाल लिख सकती हाँ। नैक्सट देखो ये वन जो फर्स्ट शैल सी उहदे तक पॉसीबल सी ये जो वैल्यू सी टू एल प्लस वन। जदों आपां पी की गल करांगे उस तो बाद अगे जिन्ना भी तुसीं सॉल्व करोगे तो तुसीं किहड़ी वैल्यू लैके चलोगे टू जे प्लस वन। जदों तुसीं की निकालने नंबर ऑफ
ਨਿਊਕਲੀਓਨ ਨਿਕਾਲਨੇ ਹੈ, ਨੰਬਰ ਆਫ ਨਿਊਕਲੀਓਨ ਨਿਕਾਲਨੇ ਹੈ। ਤਾਂ ਇੱਥੇ ਆਪਣੀ ਅਗਰ ਜੇ ਦੀ ਵੈਲਿਊ ਦੀ ਗੱਲ ਕਰੀਏ ਤਾਂ ਜੇ ਆਪਣੇ ਕੋਲ ਕੀ ਹੈ, ਇੱਕ 3/2 ਇੱਕ 1/2। ਸਭ ਤੋਂ ਪਹਿਲਾਂ 3/2 ਪੁੱਟ ਕਰਾਂਗੀ ਅਗਰ ਮੈਂ, 2 ਨਾਲ 2 ਕੈਂਸਲ ਪਲੱਸ 1 ਵੀ ਹੈ ਨਾਲ, ਤਾਂ ਤੁਹਾਡੇ ਕੋਲ ਕੀ ਵੈਲਿਊ ਆ ਗਈ, 4 ਆ ਗਈ। ਤਾਂ ਅਗਰ ਸੈਕਿੰਡ ਗੱਲ ਕਰਾਂ, ਸੈਕਿੰਡ ਕੀ ਹੈ ਆਪਣੇ ਕੋਲ 2, 1/2 ਪਲੱਸ 1। ਅਗਰ ਮੈਂ 2 ਨਾਲ 2 ਕੈਂਸਲ ਕਰਦਾ ਤਾਂ 2, ਇਸ ਦਾ ਮਤਲਬ ਤੁਹਾਡੇ ਕੋਲ ਨੰਬਰ ਆਫ ਨਿਊਕਲੀਓਨਸ ਕਿੰਨੇ ਆ ਗਏ ਤੁਹਾਡੇ ਕੋਲ, 4 ਐਂਡ 2। ਤਾਂ ਇਸ ਦਾ ਮਤਲਬ ਅਗਰ ਮੈਂ ਦੋਨਾਂ ਦਾ ਫਸਟ 2 ਦਾ ਐਡ ਕਰਾਂ ਤਾਂ ਕਿੰਨੇ ਹੋ ਗਏ, ਦੇਖੋ ਅਗਰ ਮੈਂ ਥੋੜ੍ਹਾ ਜਿਹਾ ਸਮੋਲ ਕਰਕੇ ਇਹਨੂੰ ਸ਼ੋਅ ਕਰਦੀ ਹਾਂ, ਜ਼ਿਆਦਾ ਸਮੋਲ ਹੋ ਗਿਆ, ਹਾਂਜੀ। ਤਾਂ ਅਗਰ ਕਲਰ ਚੇਂਜ ਕਰ ਲੈਂਦੇ ਹਾਂ ਪੈਨ ਦੇ, ਦੇਖੋ ਇੱਥੇ ਤੁਹਾਡੇ ਕੋਲ ਸੈਕਿੰਡ ਦੇ ਵਿੱਚ 4 ਐਂਡ 2 ਆਇਆ, ਫਸਟ ਦੇ ਵਿੱਚ ਨੰਬਰ ਆਫ ਨਿਊਕਲੀਓਨਸ ਕਿੰਨੇ ਆਏ ਸੀ ਤੁਹਾਡੇ ਕੋਲ, 2 ਆਏ ਸੀਗੇ। ਤਾਂ ਇਸ ਦਾ ਮਤਲਬ 4 + 2 + 2 ਕਿੰਨਾ ਬਣ ਗਿਆ ਆਪਣੇ ਕੋਲ, 8। ਇਸ ਦਾ ਮਤਲਬ 8 ਕੀ ਹੈ ਤੁਹਾਡਾ ਸੈਕਿੰਡ ਮੈਜਿਕ ਨੰਬਰ। ਤੁਹਾਨੂੰ ਲਾਸਟ ਜੋ ਪਿੱਛੇ ਚੱਲ ਰਿਹਾ ਉਸ ਨੂੰ ਐਡ ਕਰਦੇ ਰਹਿਣਾ। ਜਦੋਂ ਤੁਸੀਂ ਇਸ ਤਰ੍ਹਾਂ ਐਡ ਕਰੋਗੇ ਤਾਂ ਤੁਹਾਡੇ ਕੋਲ ਕੀ ਹੈ, ਨੰਬਰ ਆਫ ਨਿਊਕਲੀਓਨਸ ਦੇ ਨਾਲ ਨਾਲ ਤੁਹਾਡੇ ਕੋਲ ਮੈਜਿਕ ਨੰਬਰ ਵੀ ਆਈ ਜਾਣਗੇ, 2 ਆ ਗਿਆ, 8 ਆ ਗਿਆ। ਨੈਕਸਟ ਦੇਖਦੇ ਹਾਂ, ਜਦੋਂ ਆਪਣੇ ਕੋਲ n ਦੀ ਵੈਲਿਊ ਇੱਥੇ ਦੁਬਾਰਾ ਤੋਂ ਸੋਲਵ ਕਰਦੇ ਹਾਂ, ਮੈਂ ਲਿਖ ਦਿੰਦੀ ਹਾਂ NL LS ਮੀਨਸ ਕਪਲਿੰਗ, ਦੈਨ ਤੁਸੀਂ ਨਿਕਾਲਦੇ ਹੋ ਜੇ ਦੀ ਵੈਲਿਊ, ਉਸ ਤੋਂ ਬਾਅਦ ਤੁਸੀਂ ਨਿਕਾਲਦੇ ਹੋ ਨੰਬਰ ਆਫ ਨਿਊਕਲੀਅਨ। ਮੈਂ n ਲਿਖ ਦਿੰਦੀ ਹਾਂ ਨਿਊਕਲੀਅਨ, ਦੇਖੋ ਨੰਬਰ ਆਫ ਨਿਊਕਲੀਅਨ NO ਲਿਖ ਦਿੰਦੀ ਹਾਂ। ਦੇਖੋ n ਦੀ ਵੈਲਿਊ ਹੁਣ 2 ਹੈ, ਤਾਂ ਅਗਰ ਮੈਂ L ਕਰਾਂ, ਦੇਖੋ ਇਸ 2 ਇਸ ਦੇ ਵਿੱਚ ਸ਼ੈਲ ਆ ਜਾਣਗੇ। ਅਗਰ L ਦੀ ਵੈਲਿਊ 2 ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 2 ਆ ਜਾਣਗੇ, L ਇੱਕ ਆ ਜਾਏਗੀ 0, ਇੱਕ ਵੈਲਿਊ ਆ ਜਾਏਗੀ 2 ਆ ਜਾਏਗੀ। ਤਾਂ 0 ਲਈ ਆਪਾਂ ਕੀ ਚੱਲਦੇ ਸੀ, S ਲੈ ਕੇ ਚੱਲਦੇ ਸੀ, N2 ਹੈ, ਪ੍ਰਿੰਸੀਪਲ ਕੁਆਂਟਮ ਨੰਬਰ ਹੈ ਨਾ N2, ਇਹ ਪ੍ਰਿੰਸੀਪਲ ਕੁਆਂਟਮ ਨੰਬਰ ਹੈ, ਯਾਦ ਰੱਖਣਾ। n ਦੀ ਵੈਲਿਊ 2, ਪਹਿਲਾਂ 2 ਲਿਖਾਂਗੇ। ਦੇਖੋ ਇੱਥੇ ਵੀ ਮੈਂ ਰਿਪੀਟ ਕਰਦਾ, ਜੋ ਤੁਸੀਂ n ਲੈ ਕੇ ਚੱਲੇ ਹੋ ਨਾ, ਆ 1 ਮੈਨੂੰ ਇੱਦਾਂ ਸੀ ਪਤਾ ਹੋਏਗਾ, ਇਹ ਪ੍ਰਿੰਸੀਪਲ ਕੁਆਂਟਮ ਨੰਬਰ ਦੀ ਆਪਾਂ ਵੈਲਿਊ ਲਿਖਦੇ ਹਾਂ। ਇਸ ਦੇ ਵਿੱਚ ਦੇਖੋ ਮੈਂ 1p ਲਿਖਿਆ, ਤਾਂ ਇਹ ਸਭ ਪ੍ਰਿੰਸੀਪਲ ਕੁਆਂਟਮ ਨੰਬਰ ਹੈ। ਕੁਆਂਟਮ ਨੰਬਰ ਆਈ ਹੋਪ ਤੁਹਾਨੂੰ ਪਤਾ ਹੋਣੇ। ਤਾਂ 2 0 ਲਈ ਕੀ ਲੈ ਕੇ ਚੱਲਦੇ ਹਾਂ ਆਪਾਂ, S। ਇਸ ਦੇ ਵਿੱਚ ਅਗਰ ਸੈਕਿੰਡ ਕਰੀਏ 2 ਦੇ ਲਈ ਕੀ ਲੈ ਕੇ ਚੱਲਦੇ ਆਪਾਂ, SPD। ਤਾਂ ਹਜੇ 2D ਤਾਂ ਆਇਆ ਨਹੀਂ, ਤਾਂ ਇਹ ਕਿਹੜਾ ਹੋਏਗਾ ਆਪਣੇ ਕੋਲ, 1D। ਇਸ ਵੇ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ। ਦੇਖੋ 1S ਆ ਗਿਆ ਸੀ ਇੱਥੇ। ਅਗਰ ਤੁਹਾਨੂੰ ਪ੍ਰਿੰਸੀਪਲ ਕੁਆਂਟਮ ਨੰਬਰ ਵੀ ਨਹੀਂ ਲਰਨ, ਤਾਂ ਮੈਂ ਤੁਹਾਨੂੰ ਐਵੇਂ ਦੱਸ ਦਿੰਦੀ ਹਾਂ, ਕਿਉਂਕਿ ਇੱਥੇ 0 ਸੀਗਾ, ਸੋਰੀ ਫੋਰ ਕਨਫਿਊਜ਼ਨ। ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਦੱਸ ਦਿੰਦੀ ਹਾਂ। ਦੇਖੋ ਇਹ ਜੋ 1S ਹੈ, ਇਹਦਾ ਜੋ 1 ਆਇਆ, ਇਹਦਾ ਮਤਲਬ S ਹਜੇ ਆਪਣੇ ਕੋਲ ਫਸਟ ਚੱਲ ਰਿਹਾ। ਨੈਕਸਟ P ਵੀ ਆਪਣੇ ਕੋਲ 1P ਫਸਟ ਚੱਲ ਰਿਹਾ ਸੀ। ਅਗਰ ਆਪਾਂ ਗੱਲ ਕਰੀਏ D ਦੀ, ਤਾਂ ਇਹਦੇ ਵਿੱਚ ਕੀ ਹੈ, ਹੁਣ 2 ਕੁਆਂਟਮ ਨੰਬਰ ਹੈ। 0 ਕਿਹਨੂੰ, ਆਪਣੇ ਕੋਲ 1S ਪਹਿਲਾਂ ਹੋ ਗਿਆ, ਤਾਂ ਇਸ ਲਈ 2S। ਨੈਕਸਟ ਜੋ 2 ਹੈ ਆਪਣੇ ਕੋਲ ਹਜੇ D ਦਾ ਕੋਈ ਵੀ ਨਹੀਂ ਆਇਆ। ਤਾਂ ਜਦੋਂ ਆਪਾਂ ਇਹਨਾਂ ਦੀ ਕਪਲਿੰਗ ਕਰਾਂਗੇ ਵਿਦਾਊਟ ਕਪਲਿੰਗ, ਤਾਂ ਇਹ ਕਿਸ ਦੇ ਵਿੱਚ ਆ ਜਾਣਗੇ, D ਦੇ ਵਿੱਚ, 1D। ਕਿਉਂਕਿ ਅਗਰ L ਦੀ ਵੈਲਿਊਜ਼ ਤੁਹਾਨੂੰ ਮੈਂ ਲਿਖਵਾਈਆਂ ਸੀ। ਤਾਂ ਉਸ ਆਈ ਹੋਪ ਅਗਰ ਤੁਹਾਨੂੰ ਕੋਈ ਡਾਊਟ ਹੋਇਆ ਪਲੀਜ਼ ਮੈਨੂੰ ਪੁੱਛ ਲਿਓ। ਤਾਂ ਅਗਰ ਨੈਕਸਟ ਗੱਲ ਕਰਾਂਗੇ ਜੇ ਦੀ ਵੈਲਿਊਜ਼ ਕਿੱਦਾਂ ਨਿਕਾਲਦੇ ਸੀ ਆਪਾਂ, L ± 1/2। ਜਦੋਂ ਤੁਸੀਂ ਹੁਣ 0 ਪੁੱਟ ਕਰੋਗੇ ਤਾਂ ਇੱਕ ਤਾਂ ਤੁਹਾਡੇ ਕੋਲ ਵੈਲਿਊ ਕੀ ਆ ਜਾਏਗੀ, ਅਗਰ ਇਹਦੀ 2S ਦੀ ਗੱਲ ਕਰੀਏ ਤਾਂ S ਦੇ ਵਿੱਚ 0 ਹੈ ਵੈਲਿਊ, ਤਾਂ ਇਸ ਦੀ ਵੈਲਿਊ ਕੀ ਆ ਜਾਏਗੀ, 1/2। ਤਾਂ ਤੁਸੀਂ ਕੀ ਲਿਖ ਸਕਦੇ ਹੋ, 2S 1/2। ਅਗਰ ਮੈਂ D ਦੀ ਗੱਲ ਕਰਾਂ ਤਾਂ D ਦੇ ਵਿੱਚ ਤੁਹਾਡੇ ਕੋਲ ਵੈਲਿਊ ਕਿੰਨੀ ਹੈ, D ਲਈ L ਦੀ ਵੈਲਿਊ ਕਿੰਨੀ ਹੁੰਦੀ ਹੈ, 2। ਤਾਂ ਜਦੋਂ ਇਹਦੇ ਵਿੱਚ 2 ਪੁੱਟ ਕਰੋਗੇ ਤੁਸੀਂ ਤਾਂ ਕੀ ਬਣ ਜਾਏਗਾ, ± ਹੈ। ਜਦੋਂ ਸੋਲਵ ਕਰ ਸਕਦੇ ਹੋ ਤਾਂ ਕੀ ਬਣ ਜਾਏਗਾ ਤੁਹਾਡੇ ਕੋਲ, 3/2। ਕਲੀਅਰ। ਤਾਂ ਇਹਦਾ ਤੁਸੀਂ ਕੀ ਲਿਖ ਸਕਦੇ ਹੋ, 1D 3/2, ਇਸ ਵੇ ਦੇ ਨਾਲ। ਨੈਕਸਟ ਅਗਰ ਮੈਂ ਗੱਲ ਕਰਾਂ, ਦੇਖੋ ਹੁਣ ਇੱਥੇ ਆਪਣੇ ਕੋਲ ਇੱਕ ਤਾਂ 3/2 ਬਣੇਗਾ, ਇੱਕ ਜਦੋਂ ਆਪਾਂ ਪਲੱਸ ਲੈ ਕੇ ਚੱਲਾਂਗੇ 2 2 = 4 + 1 5/2। ਤਾਂ ਇੱਕ ਵੈਲਿਊ ਕੀ ਆ ਜਾਊਗੀ, 1/D 5/2। ਤਾਂ ਦੋ ਵੈਲਿਊਜ਼ ਆਈ ਹੋਪ ਸਮਝ ਆ ਗਈਆਂ ਹੋਣੀਆਂ ਕਿ ਕਿੱਦਾਂ ਆਈਆਂ। ਇੱਕ 5/2 ਨਾਲ ਆ ਗਈ, ਇੱਕ ਕਿੱਦਾਂ ਆ ਗਈ, 3/2 ਨਾਲ ਆ ਗਈ। ਤਾਂ ਜਦੋਂ ਹੁਣ ਆਪਾਂ S ਦੀ ਗੱਲ ਕਰੀਏ, ਇਸ ਦੇ ਵਿੱਚ ਨੰਬਰ ਆਫ ਨਿਊਕਲੀਓਨਸ ਕਿੰਨੇ ਨੇ, 2 ਨੇ। ਸੋਲਵ ਕਰ ਲਿਓ ਤੁਸੀਂ ਵੈਲਿਊ ਪੁੱਟ ਕਰਕੇ, 2J + 1। ਅਗਰ ਮੈਂ D ਵਾਲਿਆਂ ਦੀ ਗੱਲ ਕਰਾਂ ਤਾਂ 5/2 ਵਾਲੇ ਦੇ ਵਿੱਚ ਅਗਰ ਗੱਲ ਕਰੀਏ, ਨੰਬਰ ਆਫ ਨਿਊਕਲੀਓਨਸ ਕਿੰਨੇ ਆ ਜਾਣਗੇ, 6। ਨੈਕਸਟ ਵਾਲੇ 3/2 ਦੇ ਵਿੱਚ 4। ਅਗਰ ਇਹਨਾਂ ਦਾ ਐਡ ਕੀਤਾ ਜਾਵੇ, 2 + 6 + 4 8 + 4, ਤਾਂ ਕਿੰਨਾ ਆ ਜਾਏਗਾ ਤੁਹਾਡੇ ਕੋਲ, 12 ਆ ਜਾਏਗਾ।
ਕਲੀਅਰ। ਇਸ ਵੇ ਦੇ ਨਾਲ ਤੁਸੀਂ ਕੀ ਕਰ ਸਕਦੇ ਹੋ, ਸੋਲਵ ਕਰਕੇ ਦੇਖ ਸਕਦੇ ਹੋ, ਤਾਂ ਤੁਹਾਡੇ ਕੋਲ ਡਿਫਰੈਂਟਸ ਕੀ ਆ ਜਾਣਗੀਆਂ, ਵੈਲਿਊਜ਼ ਆ ਜਾਣਗੀਆਂ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਸਕਸੈਸ ਆਫ ਸ਼ੈਲ ਮੋਡਲ। ਸ਼ੈਲ ਮੋਡਲ ਦੇ ਕੀ ਸਕਸੈਸ ਨੇ, ਕੀ ਚੀਜ਼ਾਂ ਇਹਨਾਂ ਨੇ ਆਪਾਂ ਨੂੰ ਐਕਸਪਲੇਨ ਕੀਤਾ। ਸਭ ਤੋਂ ਪਹਿਲਾਂ ਸ਼ੈਲ ਮੋਡਲ ਨੇ ਐਕਸਪਲੇਨ ਕੀਤਾ ਐਗਜ਼ਿਸਟੈਂਸ ਆਫ ਮੈਜਿਕ ਨੰਬਰਸ ਬਾਰੇ ਦੱਸਿਆ। ਇਟ ਐਕਸਪਲੇਨ ਦਾ ਸਟੇਬਿਲਿਟੀ ਆਫ ਐਟਮ ਦੀ ਸਟੇਬਿਲਿਟੀ ਦੱਸੀ ਸੀ, ਐਕਸਟਰਾ ਸਟੇਬਿਲਿਟੀ ਦੱਸੀ ਸੀ, ਮੈਂ ਇੱਦਾਂ ਕਹੂੰਗੀ ਐਕਸਟਰਾ ਸਟੇਬਿਲਿਟੀ ਬਾਰੇ ਦੱਸਿਆ ਸੀ। ਐਂਡ ਬਾਈਂਡਿੰਗ ਐਨਰਜੀ ਬਾਰੇ ਐਕਸਪਲੇਨ ਕੀਤਾ ਸੀ ਕਿ ਬਾਈਂਡਿੰਗ ਐਨਰਜੀ ਕੀ ਹੁੰਦੀ ਹੈ, ਹਾਈ ਹੁੰਦੀ ਹੈ ਕਿੰਨਾ ਦੇ ਵਿੱਚ, ਜੋ ਮੈਜਿਕ ਨੰਬਰਸ ਵਾਲੇ ਐਟਮਸ ਹੈ ਆਪਣੇ ਕੋਲ। ਇਟ ਐਕਸਪਲੇਨ ਦਾ ਮੈਗਨੈਟਿਕ ਮੂਵਮੈਂਟ ਆਫ ਸਮ ਨਿਊਕਲੀਆਈ, ਕੁਛ ਨਿਊਕਲੀਆਈ ਦਾ ਮੈਗਨੈਟਿਕ ਮੂਵਮੈਂਟ ਵੀ ਦੱਸਿਆ ਸੀ। ਇਟ ਐਕਸਪਲੇਨ ਦਾ ਗਰਾਊਂਡ ਸਪਿਨ ਸਟੇਟ ਵੀ ਦੱਸੀ ਸੀ, ਜਾਂ ਲੋਅਰ ਐਕਸਾਈਟਡ ਸਟੇਟ ਵੀ ਦੱਸੀ ਸੀ, ਲੋਅਰ ਐਕਸਾਈਟਡ ਸਟੇਟ ਵੀ ਦੱਸੀ ਸੀ ਕਿਸ ਦੀ, ਨਿਊਕਲੀਆਈ ਦੀ। ਕਿਸ ਦੀ ਦੱਸੀ ਸੀ ਆਪਾਂ ਨੂੰ, ਨਿਊਕਲੀਆਈ ਦੀ ਦੱਸੀ ਸੀ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਨਿਊਕਲੀਅਰ ਸਪਿਨ ਬਾਰੇ ਵੀ ਦੱਸਿਆ ਸੀ, ਸਪਿਨ ਨੂੰ ਵੀ ਕੀ ਕੀਤਾ ਸੀ, ਐਕਸਪਲੇਨ ਕੀਤਾ ਸੀ। ਕਿਸਨੇ ਐਕਸਪਲੇਨ ਕੀਤਾ ਸੀ, ਸ਼ੈਲ ਮੋਡਲ ਨੇ। ਨੈਕਸਟ ਆਪਾਂ ਗੱਲ ਕਰਾਂਗੇ ਫੇਲੀਅਰਸ ਆਫ ਸ਼ੈਲ ਮੋਡਲ ਦੇ ਕੀ ਫੇਲੀਅਰਸ ਨੇ। ਇਟ ਫੇਲਸ ਟੂ ਐਕਸਪਲੇਨ ਦਾ ਸਟੇਬਿਲਿਟੀ ਆਫ ਸਟੇਬਲ ਨਿਊਕਲੀਆਈ ਦੀ ਸਟੇਬਿਲਿਟੀ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਸੀ। ਸਟੇਬਲ ਨਿਊਕਲੀਆਈ ਕਿਹੜੇ ਅਗਰ ਆਪਾਂ ਗੱਲ ਕਰੀਏ, ਜਿਵੇਂ ਹਾਈਡਰੋਜਨ 1 ਅਟੋਮਿਕ ਨੰਬਰ ਮਾਸ ਨੰਬਰ 2, ਲੀਥੀਅਮ 3 ਅਟੋਮਿਕ ਨੰਬਰ ਮਾਸ ਨੰਬਰ 6। ਨੈਕਸਟ ਅਗਰ ਆਪਾਂ ਗੱਲ ਕਰੀਏ ਬੋਰੋਨ 5 ਅਟੋਮਿਕ ਨੰਬਰ 10 ਮਾਸ ਨੰਬਰ, ਇਹਨਾਂ ਦੇ ਬਾਰੇ ਐਕਸਪਲੇਨੇਸ਼ਨ ਨਹੀਂ ਦਿੱਤੀ ਸੀ 4 ਸਟੇਬਲ ਨਿਊਕਲੀਆਈ ਨੇ। ਨੈਕਸਟ ਅਗਰ ਆਪਾਂ ਗੱਲ ਕਰੀਏ ਇਟ ਕੈਨ ਨਾਟ ਐਕਸਪਲੇਨ ਦਾ ਗਰਾਊਂਡ ਸਟੇਟ ਆਫ ਔਰ ਨਿਊਕਲੀਆਈ, ਜਿਨ੍ਹਾਂ ਦੀ ਰੇਂਜ 150 ਮਾਸ ਨੰਬਰ 150 ਟੂ 190 ਹੈ, ਇਹਨਾਂ ਦੀ ਗਰਾਊਂਡ ਸਟੇਟ ਵੀ ਐਕਸਪਲੇਨ ਨਹੀਂ ਕੀਤੀ ਸੀ ਔਰ ਨਿਊਕਲੀਆਈ ਦੀ। ਕਲੀਅਰ। ਇਟ ਕਾਂਟ ਇਟ ਡਿਫਰੈਂਸ ਬਿਟਵੀਨ ਸ਼ੈਲ ਮੋਡਲ ਨਿਊਕਲੀਅਰ ਫੰਕਸ਼ਨ ਐਂਡ ਰੀਅਲ ਸਟੇਟ ਆਫ ਨਿਊਕਲੀਅਸ ਵੀ ਨਹੀਂ ਐਕਸਪਲੇਨ ਹੋਇਆ ਸੀ, ਕੀ ਡਿਫਰੈਂਸ ਹੈ। ਇਟ ਕੈਨ ਨਾਟ ਐਕਸਪਲੇਨ ਦਾ ਸਟੇਟ ਆਫ ਈਵਨ ਨਿਊਕਲੀਆਈ ਦੀ ਸਟੇਟ ਐਕਸਪਲੇਨ ਨਹੀਂ ਕੀਤੀ ਸੀ। ਕਿਹੜੀ ਸਟੇਟ, ਐਕਸਾਈਟਡ ਸਟੇਟ ਐਕਸਪਲੇਨ ਨਹੀਂ ਕੀਤੀ ਸੀ। ਮੈਂ ਇੱਥੇ ਲਿਖ ਦਿੰਦੀ ਹਾਂ ਐਕਸਾਈਟਡ ਸਟੇਟ ਐਕਸਪਲੇਨ ਨਹੀਂ ਕੀਤੀ ਗਈ ਸੀਗੀ, ਇਹ ਵੀ ਫੇਲੀਅਰ ਸੀਗਾ। ਨੈਕਸਟ 5th ਕੀ ਹੈ, ਇਟ ਡਜ਼ਨਟ ਐਕਸਪਲੇਨ ਲਾਰਜ ਕੁਆਡਰਪਲ ਮੂਵਮੈਂਟ ਵੀ ਕੀ ਹੈ, ਐਕਸਪਲੇਨ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਇਹਨਾਂ ਨੇ ਕਰੈਕਟ ਵੈਲਿਊ ਆਫ ਜੇ ਵੀ ਐਕਸਪਲੇਨ ਨਹੀਂ ਕੀਤੀ ਸੀ, ਕਰੈਕਟ ਵੈਲਿਊ ਆਫ ਜੇ ਐਕਸਪਲੇਨ ਨਹੀਂ ਕੀਤੀ ਸੀ। ਕਲੀਅਰ। ਹੁਣ ਆਪਾਂ ਕੁਛ ਨੂਮੈਰੀਕਲਸ ਸੋਲਵ ਕਰਕੇ ਦੇਖਦੇ ਹਾਂ। ਮੈਂ ਤੁਹਾਨੂੰ ਅਗਰ ਗੱਲ ਕਰਾਂ, ਦੇਖੋ ਫਸਟ ਨੂਮੈਰੀਕਲ ਦੀ ਗੱਲ ਕਰਾਂ, ਤੁਸੀਂ ਕਿੱਦਾਂ ਸੋਲਵ ਕਰਨਾ। ਮੰਨ ਲਓ ਤੁਹਾਡੇ ਕੋਲ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਐਲੂਮੀਨੀਅਮ ਦੀ, ਜਿਸ ਦਾ ਅਟੋਮਿਕ ਨੰਬਰ ਕੀ ਹੈ 13 ਅਤੇ ਮਾਸ ਨੰਬਰ ਕਿੰਨਾ 27। ਤੁਸੀਂ ਹੁਣ ਕੀ ਨਿਕਾਲਣੀ ਹੈ, ਮੰਨ ਲਓ ਇਹਦੀ ਸਪਿਨ ਅਤੇ ਪੈਰਿਟੀ ਨਿਕਾਲਣੀ ਹੈ, ਤਾਂ ਕਿਸ ਵੇ ਨਾਲ ਨਿਕਾਲੋਗੇ, ਧਿਆਨ ਨਾਲ ਸਮਝਿਓ। ਤੁਹਾਡਾ ਸਾਰਾ ਕੰਸੈਪਟ ਜੋ ਪਿੱਛੇ ਅਗਰ ਡਾਊਟ ਹੈ ਵੀ ਉਹ ਕਲੀਅਰ ਹੋ ਜਾਏਗਾ। ਅਟੋਮਿਕ ਨੰਬਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਨੰਬਰ ਆਫ ਪ੍ਰੋਟੋਨ ਕਿੰਨੇ ਆ, ਜਿੰਨਾ ਅਟੋਮਿਕ ਨੰਬਰ ਹੈ ਮੀਨਸ 13। ਮਾਸ ਨੰਬਰ ਕਿੰਨਾ ਆਪਣੇ ਕੋਲ 27। ਕਲੀਅਰ। ਨੰਬਰ ਆਫ ਨਿਊਟਰੋਨ ਕਿਵੇਂ ਨਿਕਲਦੇ ਆ, ਜਦੋਂ ਮਾਈਨਸ ਕਰ ਦਿੰਦੇ ਆ ਮਾਸ ਨੰਬਰ ਦੇ ਵਿੱਚੋਂ ਅਟੋਮਿਕ ਨੰਬਰ ਕਿੰਨਾ ਆ ਗਿਆ, 27 'ਚੋਂ 13 ਗਏ 14 ਆ ਗਿਆ। ਤਾਂ ਹੁਣ ਇਹਦਾ ਮਤਲਬ ਕੀ ਹੋਇਆ, ਤੁਹਾਡੇ ਕੋਲ ਜੋ ਅਨਪੇਅਰਡ ਇਲੈਕਟ੍ਰੋਨ ਨੇ, ਦੇਖੋ 13 ਪ੍ਰੋਟੋਨ ਨੇ, 14 ਕੀ ਨੇ ਤੁਹਾਡੇ ਕੋਲ ਨਿਊਟਰੋਨ ਨੇ, ਤਾਂ ਅਨਪੇਅਰਡ ਕਿਹੜਾ ਹੋਇਆ ਤੁਹਾਡੇ ਕੋਲ, ਇਹ ਆਪਾਂ ਚੈੱਕ ਕਰਾਂਗੇ। ਵੈਸੇ ਪਤਾ ਲੱਗ ਰਿਹਾ ਓਡ ਹੈ, ਤਾਂ ਅਨਪੇਅਰਡ ਕੌਣ ਹੋਊਗਾ, ਪ੍ਰੋਟੋਨ ਹੋਊਗਾ। ਦੇਖੋ 13 ਪ੍ਰੋਟੋਨ ਦੀ ਪਹਿਲਾਂ ਅਗਰ ਮੈਂ ਕੌਨਫੀਗਰੇਸ਼ਨ ਲਿਖਾਂ 1s1/2, ਇਹ ਤੁਹਾਨੂੰ ਯਾਦ ਕਰਨੀ ਹੈ ਜੋ ਮੈਨੇ ਪਿੱਛੇ ਆਪਾਂ ਸੋਲਵ ਕਰਾਇਆ 1p3/2। ਨੈਕਸਟ ਅਗਰ ਗੱਲ ਕਰੀਏ 1p1/2, ਪਹਿਲਾਂ ਮੈਂ ਕੌਨਫੀਗਰੇਸ਼ਨ ਲਿਖ ਰਹੀ ਹਾਂ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 1p1/2 1d5/2, ਇਸ ਵੇ ਦੇ ਨਾਲ ਚੱਲਦਾ। ਦੇਖੋ ਅਗਰ ਆਪਾਂ ਗੱਲ ਕਰੀਏ 1s1/2, ਇਸ ਦੇ ਵਿੱਚ ਕਿੰਨੇ ਹੁੰਦੇ ਆ ਇਲੈਕਟ੍ਰੋਨ 2, 1p3/2 ਦੇ ਵਿੱਚ 4, ਆਪਾਂ ਪਿੱਛੇ ਜੋ ਸੋਲਵ ਕੀਤਾ ਸੀ ਉਸੇ ਤੋਂ ਲਿਆ। 1p1/2 ਦੇ ਵਿੱਚ ਵੀ 2, ਦੈਨ ਜੋ 1d5/2 ਦੇ ਵਿੱਚ ਕਿੰਨਾ 5। ਕਲੀਅਰ। ਹੁਣ ਆਪਾਂ ਦੇਖੋ ਗੱਲ ਕਰਾਂਗੇ ਨੈਕਸਟ ਜੋ 14 ਆਪਣੇ ਕੋਲ ਨਿਊਟਰੋਨ ਆਇਆ, ਸੇਮ ਕੌਨਫੀਗਰੇਸ਼ਨ ਜਾਏਗੀ ਉਸਦੇ। ਦੇਖੋ 1s1/2 ਦੇ ਵਿੱਚ 2 ਹੋ ਗਏ, ਇਸ ਦੇ ਵਿੱਚ ਕਿੰਨੇ ਆ ਜਾਣਗੇ 4, 1p3/2, 1p1/2 ਦੇ ਵਿੱਚ ਵੀ 2, 1d5/2 ਦੇ ਵਿੱਚ ਕਿੰਨੇ ਆ ਗਏ 6।
ਤਾਂ ਦੇਖੋ ਹੁਣ ਇੱਕ ਆਪਣੇ ਕੋਲ 6 ਹੈ, ਇਹ ਤਾਂ ਈਵਨ ਹੋਇਆ, ਅਨਪੇਅਰਡ ਹੋਇਆ ਹੀ ਨਹੀਂ। ਅਨਪੇਅਰਡ ਦੇਖਣੇ ਆ, ਅਨਪੇਅਰਡ ਕਿਹੜੇ ਹੋਏ 5 ਇਲੈਕਟ੍ਰੋਨਸ, ਤਾਂ ਇਸ ਦਾ ਮਤਲਬ ਅਨਪੇਅਰਡ ਕਿਹੜੇ ਹੋ ਗਏ ਆਪਣੇ ਕੋਲ 13 ਪ੍ਰੋਟੋਨਸ ਕੀ ਹੋ ਗਏ ਆਪਣੇ ਕੋਲ ਅਨਪੇਅਰਡ ਹੋ ਗਏ। ਦੇਖੋ ਹੁਣ ਜੇ ਦੀ ਵੈਲਿਊ ਕਿਹੜੀ ਹੈ, ਜੇ ਕਿੱਥੋਂ ਰਿਪਰੈਜ਼ੈਂਟ ਹੁੰਦਾ, ਇੱਥੇ ਨੀਚੇ ਆਪਾਂ ਪੈਰ ਦੇ ਵਿੱਚ ਜੇ ਲਿਖਦੇ ਸੀ, ਤਾਂ ਜੇ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 5/2। ਕਲੀਅਰ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਐਲ, ਡੀ ਚੱਲ ਰਿਹਾ, ਦੇਖੋ ਡੀ ਵਾਲਾ ਸ਼ੈਲ ਹੈ, ਤਾਂ ਡੀ ਦਾ ਮਤਲਬ ਐਲ ਦੀ ਵੈਲਿਊ ਕਿੰਨੀ ਹੋ ਜਾਏਗੀ 2 ਹੋ ਜਾਏਗੀ। ਮੈਂ ਤੁਹਾਨੂੰ ਲਰਨ ਕਰਵਾਇਆ। ਪੈਰਿਟੀ ਕਿਵੇਂ ਨਿਕਾਲਦੇ ਹਾਂ, ਕੱਲ੍ਹ ਮੈਂ ਤੁਹਾਨੂੰ ਸੋਲਵ ਕਰਨਾ ਸਿਖਾਇਆ ਸੀ। -1 ਦੀ ਪਾਵਰ ਐਲ, ਤਾਂ -1 ਦੀ ਪਾਵਰ ਤੁਸੀਂ ਕੀ ਕਰ ਦੋਗੇ 2। ਜਦੋਂ -1 ਦੀ ਸਕੇਅਰ ਕਰਾਂਗੇ ਤੁਹਾਡੇ ਕੋਲ ਕੀ ਆ ਜਾਏਗਾ 1। ਪੈਰਿਟੀ 1 ਆ ਗਈ, ਪੋਜ਼ੀਟਿਵ ਆ ਗਈ। ਨੈਕਸਟ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਇਸ ਨੂੰ ਕੀ ਲਿਖੋਗੇ, ਸਪਿਨ ਪੈਰਿਟੀ ਮੀਨਸ ਜੋ ਜੇ ਦੀ ਵੈਲਿਊ ਸੀ ਉਹ ਕੀ ਹੈ 5/2। 5/2 ਕੀ ਆ ਗਿਆ ਪੋਜ਼ੀਟਿਵ, ਇਹ ਤੁਹਾਡਾ ਕੀ ਆ ਗਿਆ ਆਨਸਰ ਆ ਗਿਆ। ਇਸ ਵੇ ਦੇ ਨਾਲ ਤੁਸੀਂ ਸੋਲਵ ਕਰਨਾ ਹੈ। ਕਲੀਅਰ। ਹੁਣ ਤੁਹਾਨੂੰ ਮੈਂ ਇੱਕ ਕੁਐਸਚਨ ਦਊਂਗੀ ਜੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਆਨਸਰ ਦੇਣਾ, ਤੁਸੀਂ ਸੋਲਵ ਕਰਨਾ ਹੈ ਬ੍ਰੇਲੀਅਮ ਦੀ, ਜਿਸ ਦਾ ਅਟੋਮਿਕ ਨੰਬਰ 4 ਹੈ, ਮਾਸ ਨੰਬਰ 9 ਹੈ। ਇਸ ਨੂੰ ਸੋਲਵ ਕਰਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਇਸ ਦੀ ਪੈਰਿਟੀ ਕਿੰਨੀ ਆਏਗੀ। ਕਲੀਅਰ। ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਦੀ। ਆਈ ਹੋਪ ਤੁਹਾਨੂੰ ਨੂਮੈਰੀਕਲ ਜੋ ਆਪਾਂ ਐਗਜ਼ਾਮਪਲ ਲਈਏ ਸਮਝ ਆ ਗਈ। ਨੈਕਸਟ ਦੇਖੋ, ਵਾਇਲੇਸ਼ਨ ਆਫ ਪੈਰਿਟੀ ਇਨ ਬੀਟਾ ਪਾਰਟੀਕਲਸ। ਬੀਟਾ ਪਾਰਟੀਕਲਸ ਦੇ ਵਿੱਚ ਜੋ ਪੈਰਿਟੀ ਹੈ ਉਸ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਬੀਟਾ ਪਾਰਟੀਕਲ ਦੀ ਅਗਰ ਮੈਂ ਗੱਲ ਕਰਾਂ ਕਿ ਬੀਟਾ ਪਾਰਟੀਕਲਸ ਦੇ ਵਿੱਚ ਕੀ ਹੁੰਦਾ, ਇਸ ਵੇ ਦੇ ਨਾਲ ਤੁਸੀਂ ਲਿਖਦੇ ਹੋ ਬੀਟਾ ਪਾਰਟੀਕਲਸ ਦੇ ਵਿੱਚ। ਬੀਟਾ ਪਾਰਟੀਕਲਸ ਦੇ ਵਿੱਚ ਮੇਨਲੀ ਅਗਰ ਮੈਂ ਗੱਲ ਕਰਾਂ, ਜਦੋਂ ਤੁਹਾਡਾ ਮਾਸ ਨੰਬਰ ਚੇਂਜ ਨਾ ਹੋਵੇ, ਮਾਸ ਨੰਬਰ A ਅਨਚੇਂਜ ਹੋਵੇ, ਤੇ ਅਗਰ ਆਪਾਂ ਗੱਲ ਕਰੀਏ ਅਟੋਮਿਕ ਨੰਬਰ Z ਕੀ ਕਰ ਜੇ ਚੇਂਜ, ਕਦੋਂ ਚੇਂਜ ਕਰੂਗਾ, ਜਦੋਂ ਬੀਟਾ ਪਾਰਟੀਕਲ ਅਮਿਟ ਹੋਊਗਾ ਕਿੱਥੋਂ, ਨਿਊਕਲੀਅਸ ਦੇ ਵਿੱਚੋਂ। ਜਦੋਂ ਬੀਟਾ ਪਾਰਟੀਕਲ ਨਿਊਕਲੀਅਸ ਦੇ ਵਿੱਚੋਂ ਅਮਿਟ ਕੀਤਾ ਜਾਏਗਾ ਤਾਂ ਜੋ ਮਾਸ ਨੰਬਰ ਹੈ ਉਹ ਅਨਚੇਂਜ, ਮਾਸ 'ਚ ਕੋਈ ਚੇਂਜ ਨਹੀਂ ਆਏਗਾ, ਬਟ ਅਟੋਮਿਕ ਨੰਬਰ ਦੇ ਵਿੱਚ ਕੀ ਆ ਜਾਏਗਾ, ਚੇਂਜ ਆ ਜਾਏਗਾ। ਦੇਖੋ ਜੋ ਬੀਟਾ ਰੇਜ਼ ਦੀ ਅਗਰ ਮੈਂ ਗੱਲ ਕਰਾਂ, ਬੀਟਾ ਰੇਜ਼ ਦੀ ਗੱਲ ਕਰਾਂ, ਮੇਨਲੀ ਜੋ ਬੀਟਾ ਰੇਜ਼ ਨੇ ਉਹਨਾਂ ਦੀ ਰੇਡੀਓ ਐਕਟੀਵਿਟੀ ਦੀ ਰੇਂਜ ਦੀ ਗੱਲ ਕਰਾਂ, ਉਹ ਕਿੰਨੀ ਹੁੰਦੀ ਹੈ 1% to 99% ਕਿਸ ਦੀ, ਵੈਲੋਸਿਟੀ ਆਫ ਲਾਈਟ ਦੀ, ਆਫ ਸੀ ਦੀ ਵੈਲੋਸਿਟੀ ਆਫ ਲਾਈਟ ਹੈ। ਤਾਂ ਇਹਨਾਂ ਦੀ ਜਿਹੜੀ ਡਿਫਲੈਕਸ਼ਨ ਹੁੰਦੀ ਹੈ ਉਹ ਕਿਹਦੀ ਤਰਫ ਹੁੰਦੀ ਹੈ, ਮੇਨਲੀ ਬੀਟਾ ਪਾਰਟੀਕਲਸ ਦੀ ਜੋ ਡਿਫਲੈਕਸ਼ਨ ਹੁੰਦੀ ਹੈ, ਮਤਲਬ ਕਿਸ ਤਰਫ ਜਾਂਦੀਆਂ ਨੇ, ਉਹ ਜਾਂਦੀਆਂ ਨੇ ਨੈਗੇਟਿਵ ਚਾਰਜ। ਮੀਨਸ ਉਹ ਕੀ ਹੈ, ਅਗਰ ਆਪਾਂ ਗੱਲ ਕਰੀਏ ਬੀਟਾ ਪਾਰਟੀਕਲਸ ਦੀ, ਉਹਨਾਂ ਦੀ ਜੋ ਡਿਫਲੈਕਸ਼ਨ ਹੈ ਟੂਵਾਰਡ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ, ਉਹ ਕੀ ਸ਼ੋ ਕਰਦਾ, ਨੈਗੇਟਿਵ ਚਾਰਜ ਨੂੰ ਸ਼ੋ ਕਰਦਾ। ਮੀਨਸ ਇਲੈਕਟ੍ਰੋਨ ਕੀ ਕਰਦਾ, ਫਾਸਟ ਮੂਵ ਕਰਦਾ। ਇਲੈਕਟ੍ਰੋਨ ਕੀ ਕਰਦਾ, ਫਾਸਟ ਕੀ ਕਰਦਾ, ਮੂਵ ਕਰਦਾ, ਤੇਜ਼ੀ ਨਾਲ ਕੀ ਹੈ, ਮੂਵ ਕਰਦਾ। ਤਾਂ ਜੋ ਬੀਟਾ ਡੀਕੇ ਦੀ ਹੁਣ ਆਪਾਂ ਗੱਲ ਕਰਾਂਗੇ, ਤਾਂ ਬੀਟਾ ਡੀਕੇ ਦੇ ਵਿੱਚ ਕੀ ਹੈ, ਜਿਹੜਾ ਬੀਟਾ ਪਾਰਟੀਕਲ ਹੈ, ਮੈਂ ਤੁਹਾਨੂੰ ਕੀ ਦੱਸਿਆ ਕਿ ਕਿੱਥੋਂ ਅਮਿਟ ਹੁੰਦਾ, ਨਿਊਕਲੀਅਸ ਦੇ ਵਿੱਚੋਂ। ਤਾਂ ਬੀਟਾ ਡੀਕੇ ਦੇ 3 ਮੋਡ ਹੁੰਦੇ ਆ। ਜੋ ਬੀਟਾ ਡੀਕੇ ਹੈ ਉਸਦੇ 3 ਮੋਡ ਹੁੰਦੇ ਆ। ਫਸਟ ਵਨ ਅਗਰ ਮੈਂ ਗੱਲ ਕਰਾਂ, ਫਸਟ ਹੈ ਬੀਟਾ ਨੈਗੇਟਿਵ ਡੀਕੇ, ਇੱਕ ਇੱਕ ਕਰਕੇ ਡਿਸਕਸ ਕਰਾਂਗੇ ਫਿਰ। ਸੈਕਿੰਡ ਵਨ ਇਜ਼ ਬੀਟਾ ਪੋਜ਼ਿਟਿਵ ਡੀਕੇ। ਨੈਕਸਟ ਕੀ ਹੈ, ਇਲੈਕਟ੍ਰੋਨ ਕੈਪਚਰ ਮੀਨਸ ਕੇ, ਇਲੈਕਟ੍ਰੋਨ ਕੈਪਚਰ ਕੇ। ਅਗਰ ਮੈਂ ਇਹਨਾਂ ਦੇਖੋ ਹੁਣ ਇਹਨਾਂ ਦੇ ਇੱਕ ਕੁਝ ਪੁਆਇੰਟਸ ਦੱਸਦਾ, ਫਿਰ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਬੀਟਾ ਨੈਗੇਟਿਵ ਡੀਕੇ ਦੇ ਵਿੱਚ ਕੀ ਹੋਣਗੇ, ਨਿਊਟਰੋਨ ਲਾਰਜ ਅਮਾਊਂਟ ਦੇ ਵਿੱਚ ਹੋਣਗੇ, ਮੀਨਸ ਨਿਊਟਰੋਨ ਰਿਚ ਹੋਏਗਾ। ਬੀਟਾ ਪੋਜ਼ਿਟਿਵ ਦੀ ਅਗਰ ਮੈਂ ਗੱਲ ਕਰਾਂ, ਇਹਦੇ ਵਿੱਚ ਕੀ ਹੋਣਗੇ, ਪੋਜ਼ੀਟਰੋਨ ਰਿਚ ਹੋਣਗੇ। ਪੋਜ਼ੀਟਰੋਨ ਲਾਰਜ ਅਮਾਊਂਟ ਦੇ ਵਿੱਚ ਹੋਣਗੇ, ਰਿਚ ਹੋਣਗੇ ਮੀਨਸ ਜ਼ਿਆਦਾ ਅਮਾਊਂਟ ਦੇ ਵਿੱਚ ਹੋਣਗੇ। ਤਾਂ ਡਿਸਕਸ ਕਰਦੇ ਹਾਂ ਇਹਨਾਂ ਨੂੰ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੀਟਾ ਨੈਗੇਟਿਵ ਡੀਕੇ ਦੀ, ਕਿ ਕਿਸ ਵੇ ਦੇ ਨਾਲ ਇਹਨਾਂ ਦਾ ਪ੍ਰੋਸੀਜਰ ਚੱਲਦਾ। ਸਭ ਤੋਂ ਪਹਿਲਾਂ ਕੀ ਹੈ ਤੁਹਾਡੇ ਕੋਲ ਬੀਟਾ ਨੈਗੇਟਿਵ ਡੀਕੇ, ਦੇਖੋ ਕਿਵੇਂ ਹੈ। ਮੰਨ ਲਓ ਕੋਈ ਤੁਹਾਡਾ ਅਗਰ ਐਲੀਮੈਂਟ ਹੈ ਜਿਸ ਦਾ ਅਟੋਮਿਕ ਨੰਬਰ Z ਹੈ, ਮਾਸ ਨੰਬਰ A ਹੈ ਹਮੇਸ਼ਾ, ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਬੀਟਾ ਦੇ ਵਿੱਚ ਕੀ ਕਿਹਾ ਸੀ, ਮਾਸ ਨੰਬਰ ਅਨਚੇਂਜ, ਮਾਸ ਨੰਬਰ ਤਾਂ ਚੇਂਜ ਨਹੀਂ ਹੋਏਗਾ, ਤਾਂ Y ਮਾਸ ਨੰਬਰ ਸੇਮ, ਅਟੋਮਿਕ ਨੰਬਰ ਕੀ ਹੋ ਜਾਏਗਾ ਤੁਹਾਡਾ, ਚੇਂਜ ਹੋ ਜਾਏਗਾ। ਦੇਖੋ ਇਲੈਕਟ੍ਰੋਨ ਇਨਸਾਈਡ ਤਾਂ ਹੁੰਦਾ ਨਹੀਂ ਨਿਊਕਲੀਅਸ ਦੇ, ਆ ਨਿਊਕਲੀਅਸ ਹੈ,
ਇਲੈਕਟ੍ਰੋਨ ਹਮੇਸ਼ਾ ਆਊਟਸਾਈਡ ਹੁੰਦਾ ਤਾਂ ਉਹ ਕੀ ਕਰਦਾ ਅਮੀਸ਼ਨ ਕਰਦਾ। ਜਦੋਂ ਅਮੀਸ਼ਨ ਹੁੰਦੀ ਤਾਂ ਇੱਕ ਟਾਈਮ ਕ੍ਰੀਏਟ ਹੁੰਦਾ, ਜਦੋਂ ਇਲੈਕਟ੍ਰੋਨ ਨੂੰ ਆਪਾਂ ਰਿਲੀਜ਼ ਕਰਦੇ ਹਾਂ ਇੱਕ ਕੀ ਹੈ ਅਮੀਸ਼ਨ ਦੇ ਟਾਈਮ ਕ੍ਰੀਏਟ ਹੋ ਜਾਂਦਾ ਤਾਂ ਕੁਛ ਨਾ ਰਿਲੀਜ਼ ਹੋਊਗਾ। ਤਾਂ ਇਹਦੇ ਵਿੱਚੋਂ ਮਾਸ ਨੰਬਰ ਹੈ +1 ਹੋ ਗਿਆ, ਸੌਰੀ ਅਟੋਮਿਕ ਨੰਬਰ +1 ਹੋ ਗਿਆ, ਚੇਂਜ ਹੋ ਗਿਆ। ਨਾਲ ਕੀ ਰਿਲੀਜ਼ ਹੋਇਆ, ਇੱਕ ਇਲੈਕਟ੍ਰੋਨ ਰਿਲੀਜ਼ ਹੋਇਆ। ਇਲੈਕਟ੍ਰੋਨ ਰਿਲੀਜ਼ ਹੋਇਆ, ਦੇਖੋ ਜਦੋਂ ਹੁਣ ਮੈਂ -1 ਨੂੰ +1 ਦੇ ਵਿੱਚ ਐਡ ਕरूँ ਸੇਮ Z ਆ ਜਾਏਗਾ, ਉੱਪਰ ਮਾਸ ਨੰਬਰ 'ਚ ਤਾਂ ਕੋਈ ਚੇਂਜ ਹੀ ਨਹੀਂ ਹੋ ਰਿਹਾ। ਨਾਲ ਕੀ ਹੈ ਐਂਟੀ ਨਿਊਟਰੀਨੋ ਰਿਮੂਵ ਹੋਊਗਾ, ਅਮਿਟ ਕੀ ਕਰਨਗੇ ਐਂਟੀ ਨਿਊਟਰੀਨੋ, ਇਹ ਚੀਜ਼ ਇੰਪੋਰਟੈਂਟ ਹੈ। ਹੁਣ ਅਗਰ ਮੈਂ ਗੱਲ ਕਰਾਂ ਨਿਊਟਰੋਨ ਦੀ, ਕਿ ਆਪਾਂ ਗੱਲ ਕੀਤਾ ਨਿਊਟਰੋਨ ਰਿਚ ਹੁੰਦਾ ਇਹਦੇ ਵਿੱਚ, ਤਾਂ ਨਿਊਟਰੋਨ ਦੀ ਗੱਲ ਕਰਾਂ ਤਾਂ ਨਿਊਟਰੋਨ ਨੂੰ ਅਗਰ ਆਪਾਂ ਐਕਸਪਲੇਨ ਕਰਾਂ ਤਾਂ ਇੱਕ ਤਾਂ ਪ੍ਰੋਟੋਨ ਆ ਜਾਏਗਾ, ਨਾਲ ਇਲੈਕਟ੍ਰੋਨ ਅਮਿਟ ਹੋਏਗਾ ਜਿਸ ਦਾ -1 ਤੇ 0 ਹੈ, ਨਾਲ ਐਂਟੀ ਨਿਊਟਰੀਨੋ। ਇਸ ਵੇ ਦੇ ਨਾਲ ਕੀ ਹੈ ਅਮਿਸ਼ਨ ਹੋਏਗੀ ਜਿਹਦੇ ਵਿੱਚ ਨਿਊਟਰੋਨ ਰਿਚ ਹੈ। ਬੀਟਾ ਨੈਗੇਟਿਵ ਡਿਕੇ ਦੇ ਵਿੱਚ ਇਲੈਕਟ੍ਰੋਨ ਦੀ ਅਮਿਸ਼ਨ ਹੋਈ, ਦੇਖੋ ਇਲੈਕਟ੍ਰੋਨ ਰਿਮੂਵ ਹੋਇਆ ਤਾਂ ਉਸਦਾ ਕੀ ਹੈ ਮਾਸ ਨੰਬਰ ਕੀ ਰਹਿ ਗਿਆ ਅਨਚੇਂਜ ਤੇ ਅਟੋਮਿਕ ਨੰਬਰ ਕੀ ਹੋ ਗਿਆ ਚੇਂਜ, ਨਾਲ ਕੀ ਰਿਲੀਜ਼ ਹੋਇਆ ਐਂਟੀ ਨਿਊਟਰੀਨੋ। ਜਦੋਂ ਦੇਖੋ ਨਿਊਟਰੋਨ ਰਿਚ ਹੈ ਤਾਂ ਹੁਣ ਨਿਊਟਰੋਨ ਵੀ ਚੇਂਜ ਹੋਊਗਾ, ਕਿਸ ਦੇ ਵਿੱਚ ਪ੍ਰੋਟੋਨ ਦੇ ਵਿੱਚ ਚੇਂਜ ਹੋ ਗਿਆ, ਨਾਲ ਇਲੈਕਟ੍ਰੋਨ ਤਾਂ ਰਿਲੀਜ਼ ਹੋਏਗਾ ਹੀ ਹੋਏਗਾ, ਨਾਲ ਕੀ ਹੋ ਗਿਆ ਐਂਟੀ ਨਿਊਟਰੀਨੋ। ਕਲੀਅਰ ਹੋਇਆ। ਨੈਕਸਟ ਆਪਾਂ ਗੱਲ ਕਰਾਂਗੇ ਬੀਟਾ ਪੋਜ਼ਿਟਿਵ ਡਿਕੇ ਦੀ। ਬੀਟਾ ਪੋਜ਼ਿਟਿਵ ਡਿਕੇ ਦੀ ਅਗਰ ਮੈਂ ਗੱਲ ਕਰਾਂ, ਦੇਖੋ ਇਸ ਦੇ ਵਿੱਚ ਵੀ ਕੋਈ ਆਪਾਂ ਨੇ ਐਲੀਮੈਂਟ ਲੈ ਲਿਆ ਜਿਸ ਦਾ ਮਾਸ ਨੰਬਰ A ਹੈ, ਅਟੋਮਿਕ ਨੰਬਰ Z ਹੈ, ਤਾਂ ਇਸ ਦੇ ਵਿੱਚ ਦੇਖੋ ਮਾਸ ਨੰਬਰ ਤਾਂ ਸੇਮ ਹੀ ਰਹੇਗਾ, ਬਟ ਜਦੋਂ ਪ੍ਰੋਟੋਨ ਜਾਂ ਪੋਜ਼ੀਟਰੋਨ ਤੁਹਾਡੇ ਕੋਲ ਅਮੀਸ਼ਨ ਹੁੰਦੀ ਹੈ ਜ਼ਿਆਦਾ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੈ, ਲਾਸਟ ਦੇ ਵਿੱਚ ਬੀਟਾ ਨੈਗੇਟਿਵ ਦੇ ਵਿੱਚ ਤੁਹਾਡੇ ਕੋਲ ਇਲੈਕਟ੍ਰੋਨ ਜ਼ਿਆਦਾ ਸੀ, ਇਹਦੇ ਵਿੱਚ ਪੋਜ਼ੀਟਰੋਨ ਜ਼ਿਆਦਾ ਹੈ, ਤਾਂ ਇਸ ਦੇ ਵਿੱਚ ਕੀ ਹੋਏਗਾ ਜੋ ਅਟੋਮਿਕ ਨੰਬਰ ਹੈ ਉਹ ਸਬਟਰੈਕਟ ਹੋ ਜਾਏਗਾ, ਇੱਕ ਘਟ ਜਾਏਗਾ। ਨਿਊਟਰੋਨ ਰਿਚ ਦੇ ਵਿੱਚ ਇੱਕ ਵਧਿਆ ਸੀ ਅਟੋਮਿਕ ਨੰਬਰ, ਇਹਦੇ ਵਿੱਚ ਇੱਕ ਅਟੋਮਿਕ ਨੰਬਰ ਘਟ ਜਾਏਗਾ, ਨਾਲ ਇੱਕ ਇਲੈਕਟ੍ਰੋਨ ਤਾਂ ਰਿਲੀਜ਼ ਹੋਏਗਾ ਹੀ ਹੋਏਗਾ। ਕਲੀਅਰ, ਸੌਰੀ ਪ੍ਰੋਟੋਨ ਰਿਲੀਜ਼ ਹੋਏਗਾ ਹੀ ਹੋਏਗਾ, ਅਤੇ ਨਾਲ ਇਸ ਦੇ ਵਿੱਚ ਕੀ ਰਿਲੀਜ਼ ਹੋਏਗਾ ਨਿਊਟਰੀਨੋ, ਹਾਂਜੀ ਨਿਊਟਰੋਨ, ਐਂਟੀ ਨਹੀਂ ਹੋਏਗਾ ਨਿਊਟਰੋਨ ਹੋਏਗਾ। ਦੇਖੋ ਹੁਣ ਇਹਦਾ 1 ਤੇ 1 ਕੈਂਸਲ ਕਰਕੇ ਆਪਣੇ ਕੋਲ ਫਿਰ ਕੀ ਰਹਿ ਗਿਆ Z ਰਹਿ ਗਿਆ। ਹੁਣ ਦੇਖੋ ਅਗਰ ਆਪਾਂ ਗੱਲ ਕਰੀਏ 1 ਪ੍ਰੋਟੋਨ ਦੀ, 1 ਪ੍ਰੋਟੋਨ ਨਾਲ ਇਹ ਕਿਸ ਦੇ ਵਿੱਚ ਕਨਵਰਟ ਹੋ ਜਾਏਗੀ ਹੁਣ ਨਿਊਟਰੀਨੋ ਦੇ ਵਿੱਚ, ਜਿਹਦਾ ਚਾਰਜ 0 ਮਾਸ ਨੰਬਰ 1 ਪਲੱਸ ਨਾਲ ਕੀ ਰਿਲੀਜ਼ ਹੋਏਗਾ ਇਲੈਕਟ੍ਰੋਨ ਰਿਲੀਜ਼ ਕਰਨਗੇ 0, ਨਾਲ ਕੀ ਆ ਜਾਏਗਾ ਨਿਊਟਰੋਨ, ਐਂਟੀ ਨਿਊਟਰੀਨੋ ਦੀ ਜਗ੍ਹਾ ਹੁਣ ਨਿਊਟਰੋਨ ਆ ਜਾਏਗਾ। ਇਸ ਵੇ ਦੇ ਨਾਲ ਹੋ ਜਾਏਗਾ। ਆਈ ਹੋਪ ਤੁਹਾਨੂੰ ਬੀਟਾ ਪੋਜ਼ਿਟਿਵ ਵੀ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਲਾਸਟ ਦੀ, ਜੋ ਕੀ ਸੀ ਤੁਹਾਡੇ ਕੋਲ ਇਲੈਕਟ੍ਰੋਨ ਕੈਪਚਰ। ਕੈਪਚਰ ਦਾ ਮਤਲਬ ਕੀ ਹੁੰਦਾ ਆਪਣੇ ਵਿੱਚ ਲੈ ਕੇ ਆਉਣਾ, ਕੈਪਟ ਕਰਨਾ, ਕਿਸ ਨੂੰ ਇਲੈਕਟ੍ਰੋਨ ਨੂੰ। ਦੇਖੋ ਜਦੋਂ ਬੀਟਾ ਪੋਜ਼ਿਟਿਵ ਡਿਕੇ ਹੁੰਦਾ ਤਾਂ ਕੇ ਕੈਪਚਰ ਪੋਸੀਬਲ ਹੈ। ਦੇਖੋ ਮੈਂ ਦੱਸਦੀ ਹਾਂ, ਇਹ ਐਟਮ ਹੈ, ਪਹਿਲਾ ਸ਼ੈਲ ਕੀ ਹੁੰਦਾ ਕੇ ਸ਼ੈਲ ਤੋਂ ਹੀ ਕੀ ਬਣਿਆ ਕੇ ਕੈਪਚਰ ਬਣਿਆ, ਇਸ ਨੂੰ ਹੋਰ ਕੀ ਕਹਿ ਦਿੰਦੇ ਆਪਾਂ ਕੇ ਕੈਪਚਰ ਵੀ ਕਹਿ ਦਿੰਦੇ ਹਾਂ। ਅਗਰ ਇਹ ਜਿਹੜਾ ਇਲੈਕਟ੍ਰੋਨ ਹੈ ਐਲ ਦੇ ਵਿੱਚ ਜਾਊਗਾ, ਐਲ ਸ਼ੈਲ ਦੇ ਵਿੱਚ, ਤਾਂ ਇਸ ਨੂੰ ਕੀ ਕਹਿ ਦੋਗੇ ਤੁਸੀਂ ਐਲ ਕੈਪਚਰ ਕਹਿ ਦੋਗੇ। ਕਲੀਅਰ, ਇਸ ਵੇ ਦੇ ਨਾਲ ਚੱਲਿਆ ਜਾਓ। ਹੁਣ ਦੇਖੋ ਅਗਰ ਕੋਈ ਆਪਣੇ ਕੋਲ ਪ੍ਰੋਟੋਨ ਹੈ, ਪ੍ਰੋਟੋਨ ਰਿਚ ਨਿਊਕਲੀਆਈ ਹੈ, ਪ੍ਰੋਟੋਨ ਜ਼ਿਆਦਾ ਅਮਾਊਂਟ ਦੇ ਵਿੱਚ ਕੀ ਨੇ ਪ੍ਰੈਜ਼ੈਂਟ ਹੈ, ਤਾਂ ਐਨਰਜੀ ਦਾ ਜੋ ਡਿਫਰੈਂਸ ਹੈ ਉਹ ਇਨੀਸ਼ੀਅਲ ਸਟੇਟ ਪਹਿਲੇ ਵਾਲੀ ਸਟੇਟ ਤੇ ਫਾਈਨਲ ਸਟੇਟ ਦੇ ਵਿੱਚ ਉਹ ਕੀ ਹੋ ਜਾਊਗਾ ਲੈਸ ਹੋ ਜਾਊਗਾ। ਕਿਸ ਤੋਂ ਲੈਸ ਹੋ ਜਾਊਗਾ, ਆਪਣੀ ਜੋ 2mc² ਹੁੰਦਾ ਉਸ ਤੋਂ। ਤਾਂ ਇਹਦੇ ਨਾਲ ਜੋ ਬੀਟਾ ਪੋਜ਼ਿਟਿਵ ਡਿਕੇ ਹੈ ਉਹ ਪੋਸੀਬਲ ਨਹੀਂ ਹੁੰਦਾ। ਬੀਟਾ ਪੋਜ਼ਿਟਿਵ ਡਿਕੇ ਦੇ ਵਿੱਚ ਕੀ ਹੁੰਦਾ ਹੈ ਇੱਕ ਪ੍ਰੋਟੋਨ ਨੂੰ ਰਿਲੀਜ਼ ਕਰ ਦੇਣਾ, ਉਹ ਨਹੀਂ ਹੋਊਗਾ। ਤਾਂ ਕੀ ਹੋ ਜਾਂਦਾ ਕੇ ਕੈਪਚਰ, ਜੋ ਕੇ ਸ਼ੈਲ ਹੈ ਉਹ ਇਲੈਕਟ੍ਰੋਨ ਨੂੰ ਕੀ ਕਰ ਲੈਂਦਾ ਹੈ ਕੈਪਟ ਕਰ ਲੈਂਦਾ, ਰਿਲੀਜ਼ ਨਹੀਂ ਕਰ ਪਾਉਂਦਾ। ਕਲੀਅਰ ਹੋਇਆ। ਅਗਰ ਇਸ ਦੇ ਵਿੱਚ ਵੀ ਮੈਂ ਗੱਲ ਕਰਾਂ, ਦੇਖੋ ਹੁਣ ਆਪਾਂ ਅਗਰ ਕੋਈ ਐਗਜ਼ਾਮਪਲ ਵੀ ਲੈ ਸਕਦੇ ਹਾਂ ਵੈਸੇ, ਚਲੋ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਜੋ ਬੀਟਾ ਪਾਰਟੀਕਲ ਦੀ ਜੋ ਐਨਰਜੀ ਹੈ, ਬੀਟਾ ਪਾਰਟੀਕਲ ਦੀ ਜੋ ਐਨਰਜੀ ਹੈ ਉਹ ਵੇਰੀ ਕਰਦੀ ਹੈ 0 ਤੋਂ E ਮੈਕਸੀਮਮ ਤੱਕ ਵੇਰੀ ਕਰਦੀ ਹੈ। ਮੀਨਸ ਜੋ ਨਿਊਟਰੀਨੋ ਹੈ ਐਂਡ ਜੋ ਬੀਟਾ ਪਾਰਟੀਕਲਸ ਨੇ ਇਹ ਦੋਨੋਂ ਕੀ ਕਰਦੇ ਆ ਆਪਣੀ ਐਨਰਜੀ ਨੂੰ ਸ਼ੇਅਰ ਕਰ ਲੈਂਦੇ ਆ, ਐਨਰਜੀ ਨੂੰ ਕੀ ਕਰ ਲੈਂਦੇ ਨੇ ਸ਼ੇਅਰ ਕਰ ਲੈਂਦੇ ਨੇ ਆਪਸ ਦੇ ਵਿੱਚ। ਇਸ ਲਈ ਇਹਨਾਂ ਦੀ ਜੋ ਐਨਰਜੀ ਆ ਉਹ ਵੇਰੀ ਕਰਦੀ ਰਹਿੰਦੀ ਹੈ।
ਕਲੀਅਰ। ਨਿਊਟਰੀਨੋ ਦੇਖੋ ਜਦੋਂ એનર્ਜੀ ਨਿਊਟਰੀਨੋ ਜਦੋਂ ਕੀ ਹੈ ਕਨਵਰਟ ਹੁੰਦਾ ਈ ਦੇ ਵਿੱਚ, ਤਾਂ ਇਸ 'ਤੇ ਕੋਈ ਵੀ ਚਾਰਜ ਨਹੀਂ ਹੁੰਦਾ, ਮੀਨਸ ਇਹਦੀ ਹਾਫ ਕੀ ਰਹਿ ਜਾਂਦੀ ਹੈ, ਸਪਿਨ, ਪੋਜ਼ੀਟਿਵ ਸਪਿਨ ਆ ਜਾਏਗੀ ਕਿਉਂਕਿ ਇਸ ਦੇ ਉੱਪਰ ਕੋਈ ਵੀ ਚਾਰਜ ਪ੍ਰੈਜ਼ੈਂਟ ਨਹੀਂ ਹੁੰਦਾ। ਕਲੀਅਰ। ਆਈ ਹੋਪ ਤੁਹਾਨੂੰ ਵਾਇਲੇਸ਼ਨ ਆਫ ਪੈਰਿਟੀ ਬੀਟਾ ਡੀਕੇ ਦੇ ਵਿੱਚ ਕਲੀਅਰ ਹੋ ਚੁੱਕੀ ਹੈ। ਅੱਜ ਦੇ ਲਈ ਟੌਪਿਕ ਆਪਾਂ ਇੰਨਾ ਕੀ ਰੱਖਾਂਗੇ। ਨੈਕਸਟ ਆਪਾਂ ਕਰਾਂਗੇ ਇਸ ਦਾ ਇੱਕ ਤਾਂ ਗਾਮਾ ਰੇ ਦੀ ਐਬਜ਼ੋਰਪਸ਼ਨ, ਅਤੇ ਨਾਲ ਹੀ ਆਪਾਂ ਕੱਲ੍ਹ ਸ਼ੁਰੂ ਕਰ ਦਾਂਗੇ ਟਾਈਪਸ ਆਫ ਇੰਟਰੈਕਸ਼ਨ। ਅਤੇ ਕੱਲ੍ਹ ਤੁਹਾਡਾ ਮੈਨੇ ਕੋਸ਼ਿਸ਼ ਕਰੂੰਗੀ ਤੁਹਾਡੀ ਨਿਊਕਲੀਅਰ ਫਿਜ਼ਿਕਸ ਨੂੰ ਮੈਂ ਕੰਪਲੀਟ ਕਰ ਦਾਂ। ਆਈ ਹੋਪ ਕੱਲ੍ਹ ਤੁਹਾਡੀ ਕੋਸ਼ਿਸ਼ ਕਰਾਂਗੇ ਨਿਊਕਲੀਅਰ ਫਿਜ਼ਿਕਸ ਕੰਪਲੀਟ ਹੋ ਜੇ, ਬਟ ਇਹਦੇ ਕਾਫੀ ਟੌਪਿਕਸ ਹਜੇ ਪੈਂਡਿੰਗ ਹੈ। ਬਟ ਆਈ ਵਿਲ ਟਰਾਈ ਕਿ ਕੱਲ੍ਹ ਤੁਹਾਡੀ ਇੱਕ ਲੌਂਗ ਕਲਾਸ ਲਗਾ ਕੇ ਤੁਹਾਡੀ ਨਿਊਕਲੀਅਰ ਫਿਜ਼ਿਕਸ ਨੂੰ ਕੰਪਲੀਟ ਕਰ ਦਿੱਤਾ ਜਾਵੇ। ਅਗਰ ਤੁਹਾਡਾ ਕੋਈ ਡਾਊਟ ਹੋਇਆ ਤਾਂ ਤੁਸੀਂ ਈਜ਼ਲੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਥੋੜ੍ਹੀ ਜਿਹੀ ਅੱਜ ਦਾ ਜੋ ਕੰਮ ਸੀ ਉਹ ਲੈਂਥੀ ਸੀ, ਇੱਕ ਵਾਰ ਸੋਲਵ ਕਰਕੇ ਦੇਖਿਓ ਵੈਲਿਊਜ਼ ਨੂੰ, ਹੋ ਜਾਏਗਾ। ਅਤੇ ਫੀਡਬੈਕ ਦੇਣਾ ਨਾ ਭੁੱਲਿਓ, ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈ। ਥੈਂਕ ਯੂ ਸੋ ਮਚ।